मैं तुहाडे नाल गुरप्रीत सिंह चट्ठा। तुसीं देख रहे हो विनिंग पंजाब दा स्पैशल प्रोग्राम। चर्चा करांगे हुण तक दीआं अहम खबरां दे उत्ते, अहम मुद्दिआं दे उत्ते। सब तो पहलां आम आदमी पार्टी के आगू राघव चड्ढा ने चोण कमिशन के उत्ते वड्डे सवाल चुके ने। आखिर किस मुद्दे नूं लैके सवाल चुके गए ने, उस ते भी चर्चा करांगे। ते उस दे नाल ही गल करदे हां आम आदमी पार्टी दी। आम आदमी पार्टी नूं एक अज वड्डा बल मिलदा नज़र आया है। जोगिंदर सिंह मान ने जिहड़े ओह आम आदमी पार्टी दे विच शामिल होए ने, कांग्रेस तो क्यों इस्तीफा देना पिया, इस ते भी चर्चा करांगे। ते तमाम मुद्दे नूं लैके असीं गलबात करदे हां ते उस दे विच ही गल करांगे। अज चोण कमिशन दा अहम फैसला भी आ सकदा है चोणां नूं लैके, चोण रैलियां नूं लैके। तां साडे नाल इस प्रोग्राम दे विच शामिल ने प्रीतम सिंह खानपुर जी। प्रोग्राम च स्वागत है जी। साहब गुरप्रीत सिंह चट्ठा जी, विनिंग पंजाब प्रोग्राम दे विच तुहाडा बहुत बहुत धन्नवाद। सब तो पहला खानपुर साहब मैं ये जानना चाहना, जिस तरह राघव चड्ढा के वलों वड्डे सवाल चुके गए हैं चोण कमिशन ते कि जिहड़ा संयुक्त समाज मोर्चा है उस पार्टी की कह लो इन्नी छेती रजिस्ट्रेशन किवें हुई है, तमाम मुद्दे नूं लैके तुसीं किवें देखते हो? अज राघव चड्ढा ने पीसी प्रैस कॉन्फ्रेंस की है, ਉਹਦੇ ਵਿੱਚ सब तो ਵੱਧ रौला उसने इसे गल पाया कि पहला ਜਿਹੜਾ ਚੋਣ ਕਮਿਸ਼ਨ ਸੀ 1 ਮਹੀਨੇ ਦੇ ਨੋਟਿਸ ਦੇ ਉੱਤੇ ਕਿਸੇ ਵੀ ਪਾਰਟੀ ਦੀ ਰਜਿਸਟ੍ਰੇਸ਼ਨ ਜਾਂ ਜੋ ਕਾਰਵਾਈ ਹੁੰਦੀ ਸੀ, पर ਉਹਨੇ ਇਸ ਪਾਰਟੀ ਦੀ ਸਿਰਫ 1 ਹਫ਼ਤੇ ਦਾ ਟਾਈਮ ਦੇ ਕੇ ਇਹਦੀ ਰਜਿਸਟ੍ਰੇਸ਼ਨ ਕਰਨ ਦਾ ਹੁੰਦਾ ਹੈ। ਮੈਂ ਰਾਘਵ ਚੱਡਾ ਜੀ ਨੂੰ ਕਹਿਣਾ ਚਾਹੁੰਦਾ ਕਿ ਚੋਣ ਕਮਿਸ਼ਨ ਨੇ ਇਸ ਵਾਰ ਜੋ ਕਰੋਨਾ ਫੈਲ ਰਿਹਾ ਉਹ ਕਰੋਨਾ ਨੂੰ ਦੇਖਦੇ ਹੋਏ ਹਰ ਚੀਜ਼ ਨੂੰ ਸ਼ਾਰਟ ਕੀਤਾ ਹੈ। ਜਿੱਦਾਂ ਪਹਿਲਾਂ 2-2 3-3 ਮਹੀਨੇ ਪਹਿਲਾਂ ਪ੍ਰਚਾਰ ਸ਼ੁਰੂ ਹੋ ਜਾਂਦਾ ਸੀ, ਹਰ ਪਾਰਟੀਆਂ ਪਿੰਡਾਂ ਦੇ ਵਿੱਚ ਲਾਊਡ ਸਪੀਕਰ ਬੰਨ ਕੇ ਗੱਡੀਆਂ ਦੇ ਉੱਤੇ ਅਨਾਉਂਸਮੈਂਟ ਕਰਦੀਆਂ ਸੀ, ਇਸ਼ਤਿਹਾਰ ਲਾਉਂਦੀਆਂ ਸੀ ਤੇ ਡੌਂਡੀ ਪਟਾਉਂਦੀਆਂ ਸੀ। ਪਰ ਚੋਣ ਕਮਿਸ਼ਨ ਨੇ ਕਰੋਨਾ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਇਹ ਜਿਹੜਾ ਹੈ ਪਾਬੰਦੀ ਲਾਈ ਹੈ ਕਿ 5 ਬੰਦਿਆਂ ਤੋਂ ਵੱਧ ਕੋਈ ਵੀ ਕਿਸੇ ਗਲੀ ਮਹੱਲੇ ਜਾਂ ਕਿਤੇ ਜਾ ਕੇ ਡੋਰ ਟੂ ਡੋਰ ਨਹੀਂ ਜਾ ਸਕਦੇ। ਦੂਜਾ ਕੋਈ ਵੱਡੀ ਕਾਨਫਰੰਸ ਨਹੀਂ ਕਰ ਸਕਦੇ। ਇਸੇ ਤਰ੍ਹਾਂ ਜਿਹੜਾ 1 ਮਹੀਨੇ ਦਾ ਨੋਟਿਸ ਸੀ ਇਹਨੂੰ ਘਟਾ ਕੇ ਸਾਰੀਆਂ ਪਾਰਟੀਆਂ ਇੱਕ ਪਾਰਟੀ ਵਾਸਤੇ ਨਹੀਂ ਕੀਤਾ ਕਿ ਇਕੱਲੇ ਸੰਯੁਕਤ ਸਮਾਜ ਮੋਰਚੇ ਦੀ ਰਜਿਸਟ੍ਰੇਸ਼ਨ ਵਾਸਤੇ ਕੀਤਾ ਹੈ। ਇਹ ਹਰ ਇੱਕ ਪਾਰਟੀ 'ਚ ਕੋਈ ਵੀ ਪਾਰਟੀ ਰਜਿਸਟ੍ਰੇਸ਼ਨ ਕਰਾਉਣੀ ਚਾਹੂਗੀ ਉਹਦਾ ਸਮਾਂ ਘਟਾ ਕੇ ਉਹਨਾਂ ਨੇ 1 ਹਫ਼ਤੇ ਦਾ ਕੀਤਾ। ਪਰ ਇਹਨਾਂ ਨੇ ਰੌਲਾ ਪਾਉਣ ਦਾ ਕਾਰਨ ਕਿਉਂਕਿ ਇਹਨਾਂ ਦੀ ਸਾਰੇ ਪਾਸਿਓਂ ਜਿਹਦੇ ਨਾਲ ਵੀ ਇਹ ਸੰਧੀ ਕਰਨ ਲੱਗਦੇ ਨੇ ਉਹ ਸਾਰੇ ਇਹਨਾਂ ਦੀ ਸੰਧੀ ਤੋਂ ਭੱਜ ਜਾਂਦੇ ਨੇ, ਕਿਉਂਕਿ ਕੇਜਰੀਵਾਲ ਦੀ ਨੇਚਰ ਤੋਂ, ਕੇਜਰੀਵਾਲ ਦੀ ਸੋਚ ਤੋਂ, ਕੇਜਰੀਵਾਲ ਦੇ ਡਿਕਟੇਟਰਪੁਣੇ ਤੋਂ ਸਾਰੀ ਪਾਰਟੀਆਂ ਜਿਹੜੀਆਂ ਉਹ ਜਾਣੂ ਹੋ ਗਈਆਂ ਨੇ, ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਇਹ ਹਰ ਇੱਕ ਇਨਸਾਨ ਨੂੰ ਵਰਤਦਾ ਆਇਆ। ਪਿਛਲੀ ਵਾਰ ਜਦੋਂ ਨਵਜੋਤ ਸਿੰਘ ਸਿੱਧੂ ਪਿਛਲੀ ਇਲੈਕਸ਼ਨ ਕਰਨ ਲੱਗਿਆ ਸੀ, ਕਹਿਣ ਲੱਗਿਆ ਤੁਸੀਂ ਆਓ ਸਾਡੀ ਪਾਰਟੀ 'ਚ ਪਰ ਟਿਕਟ ਤੁਹਾਨੂੰ ਨਹੀਂ ਦੇਵਾਂਗੇ, ਤੁਸੀਂ ਸਾਡੇ ਕੰਪੇਨਰ ਹੋਵੋਗੇ, ਤੁਸੀਂ ਸਾਡੇ ਸਟਾਰ ਕੰਪੇਨਰ ਹੋਏ ਪਰ ਟਿਕਟ ਤੁਹਾਡੀ ਘਰ ਵਾਲੀ ਨੂੰ ਦੇਵਾਂਗੇ। ਪਰ ਉਸ ਤੇ ਇਹ ਗੱਲ ਨਹੀਂ ਮੰਨੀ। ਫਿਰ ਇਹਨਾਂ ਨੇ ਰਾਜੇਵਾਲ ਸਾਹਿਬ ਦੇ ਨਾਲ ਸਮਝੌਤਾ ਕਰਨ ਦੀ ਗੱਲ ਕੀਤੀ। ਰਾਜੇਵਾਲ ਨੇ ਕਿਹਾ ਵੀ ਮੈਨੂੰ ਤਾਂ ਇੰਨੀਆਂ ਟਿਕਟਾਂ ਚਾਹੀਦੀਆਂ ਨੇ, ਜੇ ਇੰਨੀਆਂ ਟਿਕਟਾਂ ਤੁਸੀਂ ਦਿੰਦੇ ਹੋ ਤਾਂ ਇਹ ਕਹਿੰਦਾ ਨਹੀਂ ਟਿਕਟਾਂ ਤੇ ਤਾਂ ਹੋ ਜਾਊਗਾ ਪਰ ਤੁਹਾਨੂੰ ਮੇਰੇ ਇਨਸਾਨ ਦੇ ਉੱਤੇ, ਝਾੜੂ ਦੇ ਉੱਤੇ ਲੜਨਾ ਪਊਗਾ। ਰਾਜੇਵਾਲ ਕਹਿੰਦਾ ਮੈਂ ਕਿਸਾਨ ਸੰਯੁਕਤ ਕਿਸਾਨ ਮੋਰਚੇ ਦਾ ਇੱਕ ਲੀਡਰ ਆ ਜਾਂ ਇੱਕ ਉਹਨਾਂ ਦਾ ਕਾਰਕੁਨ ਆ, ਮੈਂ ਤੁਹਾਡੇ ਨਿਸ਼ਾਨ ਤੇ ਇਲੈਕਸ਼ਨ ਲੜ ਕੇ ਆਪਣੀ ਪਾਰਟੀ ਦਾ ਵਜੂਦ ਥੋੜਾ ਖਤਮ ਕਰਨਾ ਹੈ ਤਾਂ ਮੇਰੇ ਨਾਲ ਤਾਂ ਸਾਰੇ ਲੋਕ ਛੱਡ ਕੇ ਚਲੇ ਜਾਣਗੇ। ਉਹਨਾਂ ਨਾਲ ਸਮਝੌਤਾ ਵੀ ਨਹੀਂ ਹੋਇਆ। ਇਹ ਜਿਹਦੇ ਨਾਲ ਵੀ ਸਮਝੌਤਾ ਕਰਨ ਦੀ ਸੋਚਦਾ, ਸਮਝੌਤਾ ਸਿਰੇ ਨਹੀਂ ਚੜ੍ਹਦਾ। ਹੁਣ ਇਸ ਨੂੰ ਉਸੇ ਗੱਲ ਦਾ ਡਰ ਮਾਰ ਰਿਹਾ ਕਿ ਜੇ ਸੰਯੁਕਤ ਕਿਸਾਨ ਮੋਰਚਾ ਦੀ ਰਜਿਸਟ੍ਰੇਸ਼ਨ ਹੋਗੀ ਤਾਂ ਮੇਰੀਆਂ ਇਹ ਜੜ੍ਹਾਂ 'ਚ ਬੈਠ ਜਾਊਗਾ, ਕਿਉਂਕਿ ਪਹਿਲਾਂ ਤਾਂ ਇਹਦੀ ਕੋਸ਼ਿਸ਼ ਸੀ ਕਿ ਉਹਨੂੰ ਨਾਲ ਰਲਾ ਕੇ ਕੁਛ ਨਾ ਕੁਛ ਸੀਟਾਂ ਅਸੀਂ ਲੈ ਲਾਂਗੇ, ਪਰ ਉਹਦੀ ਉਸ ਆਸਾਂ ਦੇ ਉੱਤੇ ਵੀ ਹੁਣ ਪਾਣੀ ਫਿਰਦਾ ਜਾ ਰਿਹਾ ਹੈ। ਇਸ ਕਰਕੇ ਪ੍ਰੈਸ ਜਿਹੜੀ ਇਹਨੇ ਪੀਸੀ ਕਰਕੇ ਰਾਘਵ ਚੱਡੇ ਨੇ ਜਿਹੜੀ ਦਵਾਈ ਪਾ ਰਹੇ ਨੇ ਉਹ ਇਸੇ ਗੱਲ ਦਾ ਪ੍ਰਤੱਖ ਹੈ। ਜਦੋਂ ਬੰਦਾ ਹਾਰਦਾ ਨਾ ਫਿਰ ਉਹ ਪੜੋਸੀਆਂ ਨਾਲ, ਗੁਆਂਢੀਆਂ ਨਾਲ, ਦੋਸਤਾਂ ਨਾਲ ਲੜਨਾ ਸ਼ੁਰੂ ਕਰ ਦਿੰਦਾ ਹੈ। ਉਹੀ ਹਾਲ ਅੱਜ ਆਮ ਪਾਰਟੀ ਦੇ ਜੋ ਹੈਗੇ ਨੇ ਚੱਡਾ ਉਹਨਾਂ ਦਾ ਤੇ ਕੇਜਰੀਵਾਲ ਦਾ। बिल्कुल खानपुर साहब, जिस तरह पिछे जे अरविंद केजरीवाल दे वल्लों भी प्रैस कॉन्फ्रेंस करके ये वड्डा बयान दिता गया सीगा कि जेकर संयुक्त समाज मोर्चा चोणां लड़दा है तां आम आदमी पार्टी नूं इसदा वड्डा नुकसान होवेगा। किते उसे चीज़ नूं लैके तुसीं जिवें भी दस्सिआ उसे चीज़ नूं लैके जिहड़ा गुस्सा आम आदमी पार्टी दा देखण नूं मिल रिहा। जेकर समझौता हुंदा आम आदमी पार्टी दा इन्हां किसान जथेबंदी दे नाल समझौता हुंदा संयुक्त समाज मोर्चे दे नाल तां की लगदा है कि फिर ये प्रैस कॉन्फ्रेंस हुंदी जिहड़ी अज कीती गई है?
ਬਿਲਕੁਲ ਨਹੀਂ ਸੀ ਹੋਣੀ। ਸਿਰਫ ਇਹਨਾਂ ਨੂੰ ਤਾਂ ਇੱਕ ਪੰਜਾਬ ਦੇ ਵਿੱਚੋਂ ਕੋਈ ਬੰਦੇ ਚੰਗੇ ਚਾਹੀਦੇ ਸੀਗੇ ਜੋ ਪੰਜਾਬ ਦੇ ਵਿੱਚ ਫਿਕਰ ਸ਼ਕਤੀਆਂ ਹੋਣ, ਜਿਨ੍ਹਾਂ ਦੀ ਲੋਕਾਂ ਦੇ ਵਿੱਚ ਹੋਵੇ, ਉਹਨਾਂ ਦੀ ਗੱਲ ਹੋਵੇ। ਲੇਕਿਨ ਉਹ ਗੱਲ ਹੀ ਬਣੀ। ਹੁਣ ਡਰ ਇਹਨੂੰ ਲੱਗ ਰਿਹਾ ਕਿ ਪਿੰਡਾਂ ਦੇ ਵਿੱਚ ਜੇ ਸੰਯੁਕਤ ਕਿਸਾਨ ਮੋਰਚਾ ਜਾਂ ਸੰਯੁਕਤ ਸਮਾਜ, ਇਹ ਸਾਰੇ ਪਿੰਡਾਂ ਦੇ ਵਿੱਚ ਬੈਠੇ ਨੇ, ਕਿਰਤੀ ਤੇ ਕਾਂਬੇ ਲੋਕ ਨੇ, ਤੇ ਉਹਨਾਂ ਦੀ ਵੋਟਾਂ ਇਹਨੂੰ ਨਹੀਂ ਮਿਲੀਆਂ। ਸਭ ਇਹਨਾਂ ਦਾ ਵਿਰੋਧ ਹੋਏਗਾ ਕਿਉਂਕਿ ਇਹਨਾਂ ਨੇ ਕੋਈ ਕਿਸਾਨਾਂ ਦੀ ਮਦਦ ਨਹੀਂ ਕੀਤੀ 1 ਸਾਲ 14 ਮਹੀਨੇ ਦੇ ਵਿੱਚ। ਉਹ ਮੈਂ ਪਿਛਲੀ ਵਾਰ ਵੀ ਤੁਹਾਨੂੰ ਦੱਸ ਕੇ ਆਇਆ ਵੀ ਸਿਰਫ ਇਹ ਗੱਲਾਂ ਮਾਰਨ ਨੂੰ ਬਹੁਤ ਕੁਛ ਹੈ, ਲੇਕਿਨ ਕਰਨ ਕਰਾਉਣ ਨੂੰ ਇਹ ਕੁਛ ਨਹੀਂ ਹੈਗਾ। ਤੇ ਇਸ ਕਰਕੇ ਇਕੱਲਾ ਇਹਨਾਂ ਨੂੰ ਨੁਕਸਾਨ ਨਹੀਂ ਹੋਊਗਾ ਜੇ ਆਪਾਂ ਕਹੀਏ ਵੀ ਇਕੱਲੀ ਆਪ ਨੂੰ ਨੁਕਸਾਨ ਹੋਇਆ। ਇਸ ਦਾ ਨੁਕਸਾਨ ਕਾਂਗਰਸ ਨੂੰ ਵੀ ਹੋਊਗਾ, ਇਹਦਾ ਨੁਕਸਾਨ ਅਕਾਲੀ ਦਲ ਨੂੰ ਵੀ ਹੋਊਗਾ, ਇਹਦਾ ਨੁਕਸਾਨ ਬੀਜੇਪੀ ਤੇ ਦੂਜੇ ਜਿਹੜੀ ਨਵੀਆਂ ਪਾਰਟੀਆਂ ਬਣੀਆਂ ਨੇ ਉਹਨਾਂ ਨੂੰ ਵੀ ਹੋਊਗਾ। ਤੇ ਖੰਡਪੁਰ ਸਾਹਿਬ ਚਾਹੇ ਆਪਾਂ 2017 ਦੀ ਗੱਲ ਕਰ ਲਈਏ, ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦਾ ਜਿਹੜਾ ਜ਼ਿਆਦਾ ਵਜੂਦ ਹੈ ਉਹ ਕਿਤੇ ਨਾ ਕਿਤੇ ਮਾਲਵਾ ਬੈਲਟ ਮੰਨੀ ਜਾਂਦੀ ਹੈ, ਤੇ ਉਧਰ ਜਿਹੜੇ ਸੰਯੁਕਤ ਸਮਾਜ ਮੋਰਚਾ ਹੈ, ਜ਼ਿਆਦਾਤਰ ਕਿਸਾਨ ਜਥੇਬੰਦੀਆਂ ਉਹ ਵੀ ਮਾਲਵੇ ਨਾਲ ਜ਼ਿਆਦਾ ਸੰਬੰਧਿਤ ਨੇ। ਤੇ ਇਸੇ ਕਰਕੇ ਲੱਗਦਾ ਹੈ ਕਿ ਜਿਹੜੀ ਵੋਟ ਆਮ ਆਦਮੀ ਪਾਰਟੀ ਨੂੰ ਪੈਣੀ ਸੀ ਕਿਤੇ ਨਾ ਕਿਤੇ ਉਹ ਹੁਣ ਸੰਯੁਕਤ ਸਮਾਜ ਮੋਰਚੇ ਵੱਲ ਜਾ ਸਕਦੀ ਹੈ। ਬਿਲਕੁਲ ਬਿਲਕੁਲ ਚੱਠਾ ਜੀ, ਜਿਹੜੀ ਸੰਯੁਕਤ ਸਮਾਜ ਮੋਰਚੇ ਦੀ ਵੋਟ ਪਿੰਡਾਂ ਦੇ ਵਿੱਚ ਜਿਹੜਾ ਉਹਨਾਂ ਦਾ ਗਰਾਊਂਡ ਹੈਗਾ ਉਹ ਇਕੱਠਾ, ਕਿਉਂਕਿ ਉਹਨਾਂ ਨੂੰ ਮਸਾਂ ਕਿਸਾਨਾਂ ਨੂੰ ਬੜਾ 70 ਸਾਲ ਬਾਅਦ ਪਹਿਲੀ ਵਾਰ ਮੌਕਾ ਮਿਲਿਆ ਕਿ ਆਪਣੀ ਪਾਰਟੀ ਬਣਾ ਕੇ ਆਪਣੀਆਂ ਮੰਗਾਂ ਕਿਸੇ ਤੱਕ ਰੱਖਣ ਦਾ ਜਾਂ ਆਪਣੀ ਸਰਕਾਰ ਬਣਾ ਕੇ ਆਪਣੇ ਮਸਲੇ ਹੱਲ ਕਰਨ ਦਾ। ਮੈਂ ਤਾਂ ਇਹ ਗੱਲ ਕਹਾਂਗਾ ਕਿ ਸੰਯੁਕਤ ਕਿਸਾਨ ਮੋਰਚੇ ਨੂੰ ਵੱਧ ਤੋਂ ਵੱਧ ਮਜ਼ਬੂਤ ਹੋਣਾ ਚਾਹੀਦਾ ਹੈ। ਜਿਹੜੀ ਇਹ ਆਪਸ ਦੇ ਸੰਯੁਕਤ ਕਿਸਾਨ ਮੋਰਚਾ ਦੇ ਆਪਸ ਦੇ ਵਿੱਚ ਹੀ ਚੌਧਰ ਪਿੱਛੇ ਕਦੇ ਚੜੂਨੀ ਸਾਹਿਬ ਨਾਲ, ਕਦੇ ਉਗਰਾਹਾ ਜੀ ਨਾਲ, ਕਦੇ ਕਿਸੇ ਨਾਲ ਕਰਦੇ ਨੇ। ਇਹਨਾਂ ਨੂੰ ਸਭ ਭੇਦਭਾਵ ਜਿਵੇਂ ਨੇ ਇਹਨਾਂ ਨੇ 1 ਸਾਲ 14 ਦਿਨ ਦਿੱਲੀ ਦੀ ਬਰੂਹਾਂ ਤੇ ਬੈਠ ਕੇ ਇਕੱਠੇ ਹੋ ਕੇ ਸਾਰੀਆਂ ਇੱਕ ਦੂਜੇ ਦੀਆਂ ਜੇ ਕੋਈ ਕਮੀਆਂ ਸੀ ਉਹਨਾਂ ਨੂੰ ਵੀ ਦੂਰ ਕੀਤਾ, ਤੇ ਸਾਰੇ ਕਰਕੇ ਇਹਨਾਂ ਨੇ ਬਹੁਤ ਵਧੀਆ ਮੋਰਚਾ ਸੈਂਟਰ ਨੂੰ ਦਬਾ ਕੇ ਮੋਰਚਾ ਜਿੱਤਿਆ। ਪਰ ਹੁਣ ਇਹ ਆ ਕੇ ਕੁਰਸੀ ਦੇ ਮੌਕੇ ਵੰਡਦੇ ਟਾਈਮ ਹੁਣ ਅਲੱਗ-ਅਲੱਗ ਜਿਹੜੇ ਨੇ ਇਹ ਗੱਲਾਂ ਕਰ ਰਹੇ ਨੇ। ਮੈਂ ਅੱਜ ਵੀ ਕਹਿਣਾ ਵੀ ਮੈਂ ਇਹ ਬੇਨਤੀ ਹੈ ਕਿ ਸੰਯੁਕਤ ਕਿਸਾਨ, ਮੈਂ ਵੀ ਇੱਕ ਕਿਸਾਨ ਹਾਂ, ਮੈਂ ਵੀ ਕਿਸਾਨ ਮੋਰਚੇ ਦੇ ਵਿੱਚ ਬਹੁਤ ਵਾਰ ਜਾ ਕੇ ਉੱਥੇ ਆਪਣਾ ਸੇਵਾ ਨਿਭਾਈ ਹੈ, ਤੇ ਸਟੇਜ ਦੇ ਉੱਤੇ ਵੀ ਮੇਰੀ ਇਹੀ ਅਪੀਲ ਹੁੰਦੀ ਸੀ ਕਿ ਮੋਦੀ ਸਾਹਿਬ ਜੋ ਤੁਸੀਂ ਇਹ ਕਾਲੇ ਕਾਨੂੰਨ ਬਣਾਏ ਨੇ ਇਹ ਤੁਸੀਂ ਪੁੱਛ ਕੇ ਨਹੀਂ ਬਣਾਏ, ਤੁਸੀਂ ਇਹ ਥੋਪੇ ਨੇ। ਇਹਨਾਂ ਨੂੰ ਜੇ ਤੁਸੀਂ ਅੱਜ ਵੀ ਵਾਪਸ ਆ ਕੇ ਇਸੇ ਸਟੇਜ ਤੇ ਸਿੰਘੂ ਬਾਰਡਰੀ ਤੋਂ ਆ ਕੇ ਤੁਸੀਂ ਵਾਪਸ ਲੈ ਲਓ। ਅੱਜ ਇਹ ਕਿਸਾਨ ਐਡੇ ਦਰਿਆ ਦਿਲ ਨੇ, ਇਹ ਅੱਜੇ ਮੋਦੀ ਸਾਹਿਬ ਜਿੰਦਾਬਾਦ ਦੇ ਨਾਅਰੇ ਮਾਰਨੇ ਸ਼ੁਰੂ ਕਰ ਦੇਣਗੇ। ਪਰ ਉਹਨੇ ਇਹ ਦੇਰ ਆਏ ਦਰੁਸਤ ਆਏ ਪੂਰੇ ਇਹ ਮੈਂ 6-7 ਮਹੀਨੇ ਪਹਿਲਾਂ ਸਿੱਧੂ ਸਟੇਜ ਦੇ ਉੱਤੇ ਬੋਲਿਆ ਸੀ, ਉਹਦੀ ਰਿਕਾਰਡਿੰਗ ਵੀ ਤੁਹਾਨੂੰ ਮੈਂ ਭੇਜ ਸਕਦਾ ਬਈ ਮੋਦੀ ਸਾਹਿਬ ਤੁਸੀਂ ਇਹ ਕਾਨੂੰਨਾਂ ਨੂੰ ਵਾਪਸ ਲੈ ਲਓ। ਤੁਸੀਂ ਤਾਂ ਕਹਿੰਦੇ ਹੋ ਕਿਸਾਨਾਂ ਦੇ ਹੱਕ ਦੇ ਵਿੱਚ ਹੈ, ਹੱਕ ਦੇ ਵਿੱਚ ਨਹੀਂ, ਇਹ ਕਿਸਾਨਾਂ ਨੂੰ ਮਾਰੂ ਨੇ। ਜੇ ਤੁਸੀਂ ਹੱਕ ਦੀ ਬਣਾਉਣਾ ਚਾਹੁੰਦੇ ਇਹਨਾਂ ਨੂੰ ਕੈਂਸਲ ਕਰਕੇ ਹਟ ਕੇ ਕਿਸਾਨਾਂ ਨੂੰ ਭਰੋਸੇ ਵਿੱਚ ਲਓ, ਭਰੋਸੇ ਵਿੱਚ ਲੈ ਕੇ ਜਿਵੇਂ ਉਹ ਕਹਿੰਦੇ ਨੇ ਉਸ ਤਰ੍ਹਾਂ ਕਾਨੂੰਨ ਬਣਾਓ। ਤੁਸੀਂ ਪੂਰੇ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਹੋ, ਪੂਰੀ ਤੁਹਾਡੀ ਦੁਨੀਆ ਦੇ ਵਿੱਚ ਇੱਜ਼ਤ ਹੈ, ਮਾਣ ਹੈ, ਸਤਿਕਾਰ ਹੈ, ਪਰ ਤੁਸੀਂ ਕਿਉਂ 2 ਘਰਾਣਿਆਂ ਦੇ ਹੱਥਾਂ ਦੇ ਉੱਤੇ ਖੇਡ ਕੇ ਪੂਰੀ ਸਮੁੱਚੀ ਕਿਸਾਨੀ ਨੂੰ, ਮਜ਼ਦੂਰਾਂ ਨੂੰ, ਮੁਲਾਜ਼ਮਾਂ ਨੂੰ, ਪੂਰੇ ਹਿੰਦੁਸਤਾਨ ਨੂੰ ਬਰਬਾਦ ਕਰਨ ਦੇ ਉੱਤੇ ਆਏ ਹੋ। ਇਸ ਲਈ ਤੁਹਾਨੂੰ ਜੇ ਤੁਹਾਨੂੰ ਵੋਟਾਂ ਪਾ ਕੇ ਜਿਤਾਇਆ ਤਾਂ ਹਿੰਦੁਸਤਾਨ ਦੀ ਜਨਤਾ ਨੇ, ਕਿਸਾਨਾਂ ਨੇ, ਮਜ਼ਦੂਰਾਂ ਨੇ, ਕਿਰਤੀਆਂ ਨੇ ਉਹਨਾਂ ਨੇ ਜਿਤਾਇਆ। ਉਹਨਾਂ ਦੀਆਂ ਜੋ ਮੰਗਾਂ ਨੇ ਉਹਨਾਂ ਦੇ ਨਾਲ ਸਲਾਹ ਕਰਕੇ ਉਹਨਾਂ ਦੀਆਂ ਮੰਗਾਂ ਨੂੰ ਉਸ ਤਰ੍ਹਾਂ ਪੂਰਾ ਕਰੋ। ਉਹਨਾਂ ਉੱਤੇ ਠੋਪੋ ਨਾ ਵੀ ਜੋ ਮੈਂ ਕਹਿ ਦਿਆ ਉਹ ਮੈਂ ਕਰਦਾ। ਜਿਵੇਂ ਤੁਸੀਂ ਪਿੱਛੇ NRC ਬਣਾਈ ਜਾਂ ਜੰਮੂ ਕਸ਼ਮੀਰ ਦੇ ਵਿੱਚ ਕਾਨੂੰਨ ਬਣਾਏ ਜਾਂ ਤੁਸੀਂ ਆਪਣਾ ਨੋਟਬੰਦੀ ਕੀਤੀ, ਕਿਸੇ ਨੂੰ ਨਹੀਂ ਪੁੱਛਿਆ। ਪਰ ਉਹ ਚੀਜ਼ ਹੋਰ ਸੀ ਜੋ ਇਹ ਚੀਜ਼ ਸੀ ਕਿਸਾਨਾਂ ਦੇ 3 ਬਿੱਲ ਵਾਲੀ, ਇਹ ਦੇ ਨਾਲ ਪੂਰਾ ਸਮੁੱਚਾ ਹਿੰਦੁਸਤਾਨ ਗਿਆ। ਇਸ ਮੋਰਚੇ ਨੂੰ ਮੈਂ ਇੱਕ ਹੋਰ ਗੱਲ ਕਹਿਣਾ, ਇਸ ਮੋਰਚੇ ਨੇ ਕਿਸਾਨਾਂ ਨੂੰ, ਪੰਜਾਬੀਆਂ ਨੂੰ ਬਹੁਤ ਵੱਡਾ ਬਲ ਦਿੱਤਾ ਹੈ। ਜਿੰਨਾ ਪ੍ਰਚਾਰ 1 ਸਾਲ 14 ਦਿਨਾਂ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਸਿੱਖਾਂ ਦਾ ਹੋਇਆ, ਉਹਨਾਂ ਮੈਂ ਕਹਿ ਸਕਿਆ 70 ਸਾਲ ਦੇ ਵਿੱਚ ਨਹੀਂ ਅਸੀਂ ਕਰ ਸਕੇ। ਸ਼੍ਰੋਮਣੀ ਕਮੇਟੀ ਵੀ ਸੀ ਉਹ ਵੀ ਨਹੀਂ ਪ੍ਰਚਾਰ ਕਰ ਸਕੀ, ਕਿਉਂਕਿ ਅੱਜ ਤੱਕ ਜਿਹੜੀ ਦਿੱਲੀ ਦਾ ਮੀਡੀਆ ਸੀਗਾ ਉਹ ਸਿੱਖਾਂ ਨੂੰ ਅੱਤਵਾਦੀ, ਨਕਸਲਾਈਟ ਜਾਂ ਖਾੜਕੂ ਜਾਂ ਲੁਟੇਰੇ ਜਾਂ ਬੈਂਕਾਂ ਦੇ ਗਾਰਡ ਜਾਂ ਹੋਟਲਾਂ ਦੇ ਬਾਹਰੇ ਤੱਕ ਹੀ ਦਿਖਾਉਂਦੇ ਸੀ। ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਉਹ ਜੱਟ ਨੇ, ਜੇ ਉਹ ਕਿਸਾਨ ਨੇ, ਉਹ ਮਜ਼ਦੂਰ ਨੇ ਜਿਹੜੇ ਪੱਲੋਂ ਹੱਥੋਂ ਦੇ ਕੇ ਭਲਾ ਬਣਾਈਏ, ਆਪਣੇ ਪੱਲਿਓਂ ਦੇ ਕੇ ਆਪਣੇ ਦੁਸ਼ਮਣ ਨੂੰ ਵੀ ਰੋਟੀ ਖਵਾ ਕੇ ਉਹਦਾ ਭਲਾ ਮੰਨਦੇ ਨੇ। ਲੇਕਿਨ ਇਹਨਾਂ ਨੇ ਜੋ ਇਹ ਕਾਨੂੰਨ ਬਣਾਇਆ ਗਲਤ ਕੀਤਾ ਸੀ, ਉਹਨੇ ਅਹਿਸਾਸ ਕਰਕੇ ਵਾਪਸ ਲੈ ਲਏ ਨੇ। ਇਸ ਕਰਕੇ ਜੋ ਸੰਯੁਕਤ ਕਿਸਾਨ ਮੋਰਚਾ ਹੋਂਦ ਵਿੱਚ ਆਇਆ, ਇਹ ਭਾਰਤੀ ਜਨਤਾ ਪਾਰਟੀ ਦੇ ਧੱਕੇ ਦੀ ਇੱਕ ਉਸ ਦਾ ਨਤੀਜਾ ਹੈ।
ਬਿਲਕੁਲ ਖਾਨਪੁਰ ਸਾਹਿਬ ਜਿਸ ਤਰ੍ਹਾਂ ਜੋਗਿੰਦਰ ਸਿੰਘ ਮਾਨ ਦੀ ਗੱਲ ਹੁਣ ਕਰਦੇ ਹਾਂ ਆਪਾਂ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ। ਬੀਤੇ ਦਿਨੀ ਕਾਂਗਰਸ ਤੋਂ ਅਸਤੀਫਾ ਦਿੱਤਾ। ਕੀ ਇਸ ਦੇ ਨਾਲ ਹੁਣ ਆਮ ਆਦਮੀ ਪਾਰਟੀ ਨੂੰ ਵੱਡਾ ਬਲ ਮਿਲਦਾ ਨਜ਼ਰ ਆਏਗਾ ਕਿਉਂਕਿ ਉਹ ਇੱਕ ਵੱਡੇ ਕਾਂਗਰਸੀ ਆਗੂ ਸਨ? ਚੱਠਾ ਜੀ, ਇਹ ਸਾਰੇ ਚੱਲੇ ਹੋਏ ਕਾਰਤੂਸ ਨੇ ਜਿਹੜੀ ਕਾਂਗਰਸ ਨੇ ਜਿਨ੍ਹਾਂ ਨੂੰ ਨਹੀਂ ਪੁੱਛਿਆ, ਜਿਨ੍ਹਾਂ ਨੂੰ ਟਿਕਟਾਂ ਨਹੀਂ ਦਿੱਤੀਆਂ ਗਈਆਂ, ਜਿਨ੍ਹਾਂ ਨੂੰ ਪਿਛਲਾ ਉਹਨਾਂ ਨੇ ਕੋਈ ਨਾ ਕੋਈ ਤਾਂ ਰਸਤਾ ਅਖਤਿਆਰ ਉਹਨੇ ਕਰਨਾ ਹੀ ਕਰਨਾ। ਉਹ ਜਿੱਦਾਂ ਕੋਈ ਡੁੱਬਦਾ ਹੁੰਦਾ ਔਰ ਆਲੇ ਦੁਆਲੇ ਹੱਥ ਪੱਲਾ ਮਾਰਦਾ ਹੈ ਕਿ ਮੇਰੀ ਕਿਸੇ ਕਾਨੇ ਨੂੰ ਹੱਥ ਪੈ ਜਾਏ, ਮੇਰਾ ਕਿਸੇ ਕਿਸ਼ਤੀ ਦੇ ਡੰਡੇ ਨੂੰ ਹੱਥ ਪੈ ਜਾਏ, ਮੇਰਾ ਇਹ ਹੱਥ ਪੱਲਾ ਮਾਰ ਰਹੇ ਨੇ ਕਿਉਂਕਿ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਚੌਧਰ ਜਾਂ ਕੁਰਸੀ ਜਾਂ ਸੱਤਾ ਦਾ ਜਿਹੜਾ ਮਾਣ ਹੁੰਦਾ ਉਹਨਾਂ ਮਰਦੇ ਦਮ ਤੱਕ ਵੀ ਉਹ ਸੱਤਾ ਦੇ ਲਈ ਹਰ ਗੱਲ ਕਰਨ ਨੂੰ ਤਿਆਰ ਨੇ। ਇਹ ਇਸ ਲਈ ਨਵੀਆਂ ਪਾਰਟੀਆਂ ਛੱਡ ਕੇ ਜਿਹੜੇ ਮੈਂ ਤਾਂ ਇਕੱਲਾ ਉਹਨਾਂ ਨੂੰ ਨਹੀਂ ਕਹਾਂਗਾ, ਜਿਹੜੇ ਹੋਰ ਵੀ ਲੋਕ, ਕੋਈ ਬੀਜੇਪੀ 'ਚ ਜਾ ਰਿਹਾ ਹੈ, ਕੋਈ ਕਾਂਗਰਸ 'ਚ ਜਾ ਰਿਹਾ ਹੈ, कोई आप जा रहा है, उन्होंने पल्ले कुछ नहीं पैना। ये पब्लिक है, सब जानती है, अच्छे बुरे को ये अच्छी तरह पहचानती है। ये पब्लिक है, सब लोग जानते ने। जे कोई उधर जाके कहूँ मैं दुध धोता हो गया या लोग मेरे पीछे लग जाएंगे, ਜਿਹੜੇ ਉਹ ਹਲਕੇ ਦੇ ਲੋਕ ਨੇ। ਹਾਂਜੀ ਖਾਨਪੁਰ ਸਾਹਿਬ, ਜਿਹੜਾ ਉਹਨਾਂ ਨੇ ਕਾਰਨ ਦੱਸਿਆ ਸੀਗਾ ਅਸਤੀਫੇ ਦੇ ਵਿੱਚ ਜਿਹੜਾ ਸੋਨੀਆ ਗਾਂਧੀ ਨੂੰ ਸੌਂਪਿਆ ਗਿਆ ਹੈ, ਉਹਦੇ ਵਿੱਚ ਉਹਨਾਂ ਨੇ ਕਾਰਨ ਦੱਸਿਆ ਸੀਗਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਜਿਹੜਾ ਘੁਟਾਲਾ ਹੋਇਆ ਸੀਗਾ, ਕਥਿਤ ਘੁਟਾਲਾ ਸੀਗਾ, ਸਾਊ ਸਿੰਘ ਧਰਮਸੋਤ ਤੇ ਦੋਸ਼ ਲੱਗਦੇ ਸੀਗੇ। ਉਹਦੇ ਵਿੱਚ ਨਾ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਕਾਰਵਾਈ ਕੀਤੀ ਹੈ ਕੋਈ, ਤੇ ਨਾ ਨਵਜੋਤ ਸਿੰਘ ਸਿੱਧੂ ਨੇ ਕਾਰਵਾਈ ਕੀਤੀ ਹੈ, ਤੇ ਇਸ ਲਈ ਮੇਰਾ ਜ਼ਮੀਰ ਨਹੀਂ ਮੰਨਿਆ, ਮੈਂ ਤਾਂ ਪਾਰਟੀ ਛੱਡ ਰਿਹਾ। ਇਹ ਜ਼ਮੀਰ ਇਸੇ ਮਹੀਨੇ 'ਚ ਆ ਕੇ ਜਾਗਦੀ, ਜਿਹੜੇ ਬਾਕੀ 11 ਮਹੀਨੇ ਹੁੰਦੇ ਨੇ ਇਲੈਕਸ਼ਨ ਤੋਂ ਪਹਿਲਾਂ, ਉਦੋਂ ਜ਼ਮੀਰ ਸੁੱਤੀ ਪਈ ਹੁੰਦੀ ਹੈ। ਇਹ ਘਟਾਲੇ ਹੋਏ ਨੂੰ ਕਿੰਨਾ ਟਾਈਮ ਹੋ ਗਿਆ? ਇਹ ਘਟਾਲਾ ਮਹਾਰਾਜਾ ਅਮਰਿੰਦਰ ਦੇ ਟਾਈਮ ਵੀ ਰਿਹਾ, ਫਿਰ ਬਾਅਦ ਚੰਨੀ ਸਾਹਿਬ ਵੀ ਆਏ, ਉਹਦੇ ਵਿੱਚ ਹੀ ਇਹ ਅਸਤੀਫਾ ਦੇ ਸਕਦੇ ਸੀ ਜਾਂ ਪਾਰਟੀ ਦੇ ਵਿੱਚ ਸਵਾਲ ਉਠਾ ਸਕਦੇ ਸੀ ਜਾਂ ਬੀਬੀ ਸੋਨੀਆ ਕੋਲ ਜਾ ਕੇ ਇਸ ਸਵਾਲ ਨੂੰ ਪੁੱਟ ਕਰ ਸਕਦੇ ਸੀ ਕਿ ਉਹ ਇੱਕ ਤਾਂ ਉਹ ਕਿਸੇ ਜਨਾਨੀ ਨੇ ਆਪਣੇ ਸਵੇਰੇ ਘਰ ਆਪਣੇ ਨਾਲ ਲੜਾਈ ਸੀ, ਉਹਨੇ ਘਰ ਨਹੀਂ ਸੀ ਰਹਿਣਾ, ਉਹ ਰਾਤੀ ਕਹੀ ਜਾਵੇ ਸਵੇਰੇ ਆਪਣੇ ਘਰ 'ਚ ਇੱਕ ਜੀ ਨਹੀਂ ਹੈ, ਸਵੇਰੇ ਆਪਣੇ ਘਰ 'ਚ ਜੀ ਨਹੀਂ। ਉਹ ਸੋਚੋ ਗੱਲ ਕੀ ਹੈ, ਕਿਉਂਕਿ ਸਵੇਰੇ ਉਹਨੇ ਛੱਡ ਕੇ ਚਲੀ ਜਾਣਾ ਸੀਗਾ। ਉਹੀ ਹਾਲ ਇਹ ਮਾਨ ਸਾਹਿਬ ਦਾ ਹੈ ਕਿ ਮੈਂ ਤਾਂ ਉਸ ਘਟਾਲੇ ਦਾ ਮਾਰਾ ਜਾ ਰਿਹਾ, ਉਹ ਮੇਰੀ ਜ਼ਮੀਰ, ਇਹ ਜ਼ਮੀਰ ਜਮਹੂਰੀ ਨਾਲ ਲੀਡਰਾਂ ਦੀ ਕੋਈ ਜ਼ਮੀਰ ਨਹੀਂ। ਜ਼ਮੀਰ ਤਾਂ ਇਹਦੀ ਕੁਰਸੀ ਹੈ, ਜ਼ਮੀਰ ਤਾਂ ਇਹਦੀ ਸਦਾ ਹੈ, ਇਹਨਾਂ ਨੂੰ ਕੁਰਸੀ ਮਿਲਣੀ ਚਾਹੀਦੀ ਹੈ, ਇਹਨਾਂ ਨੂੰ ਕੋਈ ਜ਼ਮੀਰ ਨਹੀਂ। ਜ਼ਮੀਰ ਤਾਂ ਇਹਨਾਂ ਦੇ ਕੁਰਸੀ ਦੇ ਪਾਵਿਆਂ ਥੱਲੇ ਹੁੰਦੀ ਹੈ, ਇਸ ਲਈ ਕੋਈ ਇੱਦਾਂ ਦੀ ਵੱਡੀ ਗੱਲ ਨਹੀਂ ਹੈ ਕਿ ਬੜੇ ਲੋਕ ਜ਼ਮੀਰ ਦੇ ਮਰੇ ਹੋਏ ਉਧਰ ਜਾਣ ਕੇ ਕੋਈ ਫਰਕ ਨਹੀਂ ਪੈਂਦਾ। ਜਿਸ ਤਰ੍ਹਾਂ ਤੁਸੀਂ ਖਾਨਪੁਰ ਸਾਹਿਬ ਦੱਸਿਆ ਵੀ ਇਹ ਕਾਰਨ ਨਹੀਂ ਹੋ ਸਕਦਾ, ਤਾਂ ਹਜੇ ਤੱਕ ਜਿਹੜੀ ਕਾਂਗਰਸ ਦੇ ਵੱਲੋਂ ਪਹਿਲੀ ਸੂਚੀ ਜਾਰੀ ਕੀਤੀ ਗਈ ਉਮੀਦਵਾਰਾਂ ਦੀ, ਤਾਂ ਇਹਨਾਂ ਨੂੰ ਕਿੱਦਾਂ ਲੱਗਿਆ ਫਿਰ ਜੋਗਿੰਦਰ ਸਿੰਘ ਮਾਨ ਹੋਣਾ ਨੂੰ ਕਿ ਉਹਨਾਂ ਨੂੰ ਟਿਕਟ ਨਹੀਂ ਮਿਲਣੀ ਹੈਗੀ, ਜੇ ਤੁਸੀਂ ਇਹ ਕਾਰਨ ਸਮਝਦੇ ਹੋ? ਉਹ ਚੱਠਾ ਸਾਹਿਬ, ਚੋਰ ਦੀ ਦਾੜੀ 'ਚ ਤਿੜਕਾ ਹੁੰਦਾ। ਚੋਰ ਆਪਣੇ ਪਾਲੇ ਤੋਂ ਆਪਣੇ ਜਿਹੜੇ ਲੋਕਾਂ ਨੇ, ਜਿਹੜੇ ਮੰਤਰੀਆਂ ਨੇ, ਜਿਹਨਾਂ ਐਮਐਲਏ ਨੇ ਕਰਪਸ਼ਨ ਘਟਾਲੇ ਜਾਂ ਕੀਤੇ ਨੇ, ਕਿ ਉਹਨਾਂ ਦੀ ਜਿਹੜੀ ਆਤਮਾ ਜ਼ਮੀਰ ਉਹਨੂੰ ਪਤਾ ਨਹੀਂ ਹੈਗਾ ਮੈਂ ਕੀ ਕੀਤਾ ਤੇ ਮੇਰਾ ਦਾ ਨਤੀਜਾ ਕੀ ਨਿਕਲੂਗਾ। ਦੂਜਾ, ਸੋਨੀਆ ਗਾਂਧੀ ਤੇ ਰਾਹੁਲ ਗਾਂਧੀ, ਪ੍ਰਿਯੰਕਾ ਤੇ ਸਿੱਧੂ ਨੇ ਪਹਿਲਾਂ ਹੀ ਇਸ ਗੱਲ ਦਾ ਰੌਲਾ ਪਿਆ ਸੀ ਇਸ ਅਗਲੀ ਇਲੈਕਸ਼ਨ ਦੇ ਵਿੱਚ ਉਹਨਾਂ ਸਵੱਛ ਚਰਿੱਤਰ ਵਾਲੇ ਬੰਦਿਆਂ ਨੂੰ, ਅੱਛੇ ਕਰੈਕਟਰ ਵਾਲੇ ਬੰਦਿਆਂ ਨੂੰ ਟਿਕਟਾਂ ਦੇਵਾਂਗੇ। ਜਦੋਂ ਉਹ ਪਤਾ ਵੀ ਅਸੀਂ ਉਹਨਾਂ 'ਚ ਆਉਣੇ ਅੱਛੇ ਕਰੈਕਟਰ ਵਾਲੇ, ਅਸੀਂ ਆਉਂਦੇ ਹੀ ਨਹੀਂ ਹੈਗੇ। ਜੇ ਟਿਕਟਾਂ ਉਸ ਤੋਂ ਪਹਿਲਾਂ ਹੀ ਅਸੀਂ ਕਿਉਂ ਨਾ ਕੋਈ ਬਹਾਨਾ ਦੋਸ਼ ਲਾ ਕੇ ਅਸੀਂ ਪਾਰਟੀ ਤੋਂ ਨਿਕਲ ਜਾਈਏ। ਹਾਂ, ਹੁਣ ਇਹ ਟਿਕਟ ਜਿਹੜੀ ਰੁਕੀ ਹੋਈ ਹੈ ਸੂਚੀ, ਉਹ ਇਸੇ ਕਰਕੇ ਰੁਕੀ ਹੋਈ ਹੈ, ਜਿਹੜੀ 70 ਬੰਦਿਆਂ ਦੀ ਲਿਸਟ ਉੱਤੇ ਭੇਜੀ ਹੈ, ਉਹਦੇ ਵਿੱਚ ਮੇਰਾ ਖਿਆਲ 2 ਦਰਜਨ ਦੇ ਨੇੜੇ ਇਹੋ ਜਿਹੇ ਚਿਹਰੇ ਨੇ ਜਿਨ੍ਹਾਂ ਦੀ ਰਿਕਮੈਂਡੇਸ਼ਨ ਪੰਜਾਬ ਤੋਂ ਹੋ ਕੇ ਗਈ ਹੋਈ ਹੈ। ਉਹ ਦਿੱਲੀ ਗਈ ਹੋਈ ਹੈ, ਜੋ ਦਿੱਲੀ ਉਹਨਾਂ ਦੇ ਨਾਂ ਪੜੇ, ਉਹਨਾਂ ਨੇ ਉਲਝਿਆ ਵੀ ਇਹਨਾਂ ਪਿੱਛੇ ਅਸੀਂ ਪਹਿਲਾਂ ਕਹਿੰਦੇ ਸੀ ਵੀ ਇਹਨਾਂ ਨੂੰ ਟਿਕਟਾਂ ਨਹੀਂ ਦੇਣੀਆਂ ਹੈਗੀਆਂ, ਤੁਸੀਂ ਇਹਨਾਂ ਦੇ ਨਾਲ ਲਈ ਬੈਠੇ ਹੋ। ਉਹਦੇ ਪਿੱਛੇ ਇਹਨਾਂ ਤਿੰਨਾਂ ਦਾ ਵੀ ਆਪੇ ਝਗੜਾ ਹੋਇਆ, ਸਿੱਧੂ ਸਾਹਿਬ ਦਾ, ਜਾਖੜ ਸਾਹਿਬ ਦਾ ਤੇ ਚੰਨੀ ਸਾਹਿਬ ਦਾ, ਕਿਉਂਕਿ ਹਰ ਇੱਕ ਦੇ ਕੋਈ ਨਾ ਕੋਈ ਤਾਂ ਹੈਗੇ ਨੇ ਨਾ ਸਪੋਰਟਰ, ਕੋਈ 4 ਉਧਰ ਨੇ, 5 ਉਧਰ ਨੇ, 10 ਉਧਰ ਨੇ। ਹਰ ਇੱਕ ਬੰਦਾ ਕਹਿੰਦਾ ਜਿਹਨਾਂ ਬੰਦਾ ਨੇ ਕਰਪਸ਼ਨ ਕੀਤੀ ਹੈ ਉਹਨਾਂ ਕੋਲ ਪੈਸਾ ਵੀ ਹੈ, ਉਹ ਪੈਸਾ ਉਹਨਾਂ ਨੂੰ ਦੇ ਕੇ ਆਪਣੀਆਂ ਟਿਕਟਾਂ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਜੇ ਅਗਰ ਕਾਂਗਰਸ ਏਦਾਂ ਦੇ ਚੰਗੇ ਬੰਦੇ ਅੱਗੇ ਲਿਆਊਗੀ ਤਾਂ ਹੋ ਸਕਦਾ ਕਿ ਕਾਂਗਰਸ ਦੇ ਕੁਝ ਪੱਲੇ ਪੈ ਜਾਵੇ। ਬਿਲਕੁਲ। ਤੇ ਜਿਸ ਤਰ੍ਹਾਂ ਅੱਜ ਰਿਵਿਊ ਮੀਟਿੰਗ ਹੋਣੀ ਹੈ ਭਾਰਤੀ ਚੋਣ ਕਮਿਸ਼ਨ ਦੇ ਵੱਲੋਂ, ਤਾਂ ਕੀ ਲੱਗਦਾ ਕਿ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਨਾ ਚੋਣਾਂ ਨੂੰ ਲੈ ਕੇ? ਰੈਲੀਆਂ ਦੀ ਖੁੱਲ੍ਹ ਦਿੱਤੀ ਜਾ ਸਕਦੀ ਹੈ ਰੋਡ ਮਾਰਚ ਕਰਨ ਦੀ, ਕਿਉਂਕਿ ਕਰੋਨਾ ਦੇ ਮਾਮਲੇ ਨੇ ਜਿਹੜੇ ਲਗਾਤਾਰ ਵੱਧ ਰਹੇ ਨੇ, ਲੱਖਾਂ ਦੀ ਤਾਦਾਦ ਦੇ ਵਿੱਚ ਹੁਣ ਮਾਮਲੇ ਨੇ ਜਿਹੜੇ ਦੇਸ਼ ਦੇ ਵਿੱਚ ਸਾਹਮਣੇ ਆ ਰਹੇ ਨੇ। ਮੈਂ ਗੁਰਪ੍ਰੀਤ ਜੀ ਚੋਣ ਕਮਿਸ਼ਨ ਦੇ ਫੈਸਲੇ ਉੱਤੇ 100% ਸਹਿਮਤ ਹਾਂ।
ਕਿਉਂਕਿ ਇੱਕ ਪਾਸੇ ਤਾਂ ਆਪਾਂ ਕਹਿ ਰਹੇ ਹਾਂ ਵੀ ਕਰੋਨਾ ਇਹੋ ਜਿਹੀ ਭੈੜੀ ਬਿਮਾਰੀ ਹੈ, ਇਹ ਤੋਂ ਬਚ ਕੇ ਰਹੋ, 2 ਗਜ ਦਾ ਫਾਸਲਾ ਰੱਖੋ, ਮਾਸਕ ਬੰਨ੍ਹ ਕੇ ਰੱਖੋ, ਘਰ ਰਹੋ, ਬਾਹਰ। ਇੱਕ ਪਾਸੇ ਜਦੋਂ ਅਸੀਂ ਰੈਲੀਆਂ ਕਰਾਂਗੇ, ਉੱਥੇ ਰੈਲੀਆਂ ਦੇ ਵਿੱਚ ਕੋਈ ਗਿਣਤੀ ਕੋਈ ਕੁਝ ਨਹੀਂ ਹੁੰਦੀ ਹੈਗੀ। ਉੱਥੇ ਇੱਕ ਦੂਜੇ ਦੇ ਉੱਤੇ ਚੜਿਆ ਹੁੰਦਾ, ਇੱਕ ਦੂਜੇ ਨੂੰ ਹੱਥ ਮਿਲਾਉਣ ਦੇ, ਇੱਕ ਦੂਜੇ ਤੋਂ ਮੂਹਰੇ ਹੋਇਆ ਹੁੰਦਾ। ਅਗਰ ਆਹ ਇਲੈਕਸ਼ਨ ਦੇ ਵਿੱਚ ਸਾਡੇ ਬਹੁਤ ਹੀ ਕੀਮਤੀ ਜਾਨਾਂ ਇਸ ਬਿਮਾਰੀ ਦਾ ਕਾਰਨ ਕਰਕੇ ਸੰਸਾਰ ਤੋਂ ਚਲੀ ਗਈਆਂ, ਉਹਨਾਂ ਨੂੰ ਮੁੜ ਕੇ ਉਹਨਾਂ ਨੇ ਇਲੈਕਸ਼ਨ ਤੋਂ ਕੀ ਲੈਣਾ, ਉਹਨਾਂ ਪਰਿਵਾਰਾਂ ਨੂੰ ਇਲੈਕਸ਼ਨ ਤੋਂ ਕੀ ਲੈਣਾ। ਇਸ ਲਈ ਸਖਤ ਇਲੈਕਸ਼ਨ ਕਮਿਸ਼ਨ ਨੂੰ ਜੋ ਸੈਕਸ਼ਨਾਂ ਪਿੱਛੇ ਲਾਗੂ ਕਰੀਆਂ ਨੇ, ਉਹਨਾਂ ਨੂੰ ਇਹ ਰਿਵਿਊ ਕਰਨਾ ਚਾਹੀਦਾ, ਉਹਨਾਂ ਨੂੰ ਲਾਗੂ ਰੱਖਣਾ ਚਾਹੀਦਾ। ਜੇ ਹੋ ਸਕੇ ਅੱਜ ਕੱਲ੍ਹ ਸੋਸ਼ਲ ਮੀਡੀਆ ਸਾਡੇ ਕੋਲ ਹੈ, ਬਿਲਕੁਲ ਅਸੀਂ ਕਰ ਸਕਦੇ ਹਾਂ, ਉਹਨਾਂ ਨਾਲ ਕਰੋ। ਬਾਹਰਲੇ ਦੇਸ਼ਾਂ ਦੇ ਵਿੱਚ ਕਿਹੜਾ ਰੈਲੀਆਂ ਹੁੰਦੀਆਂ ਨੇ, ਉੱਥੇ ਕਿਹੜਾ ਵੱਡੇ ਵੱਡੇ ਇਕੱਠ ਹੁੰਦੇ ਨੇ। ਜਦੋਂ ਅਸੀਂ ਰੀਸਾਂ ਦਾ ਅਸੀਂ ਬਾਹਰਲੇ ਦੇਸ਼ ਦੀ ਕਰਦੇ ਹਾਂ ਤੇ ਅਸੀਂ ਫਿਰ ਕਰਨਾ ਆਪਣੀ ਮਰਜ਼ੀ ਚਾਹੁੰਦੇ ਹਾਂ। ਇਸ ਲਈ ਮੈਂ ਕਹਿੰਦਾ ਬਿਲਕੁਲ ਕਿਸੇ ਵੀ ਲੀਡਰ ਨੂੰ ਰੈਲੀ ਕਰਨ ਦਾ, ਵੱਡੇ ਵੱਡੇ ਜਲਸੇ ਕਰਨ ਦਾ ਜਾਂ ਗਲੀਆਂ ਤੋਂ ਡੋਰ ਟੂ ਡੋਰ ਜਾਣ ਦਾ ਨਹੀਂ ਹੈ। ਤੁਹਾਡਾ ਰੇਡੀਓ TV ਸਾਧਨ ਹੈ, ਰੇਡੀਓ ਸਾਧਨ ਹੈਗੇ ਨੇ, ਹੋਰ ਸਾਧਨ ਹੈਗੇ ਨੇ, ਤੇ ਉਹਨਾਂ ਨਾਲ ਅਖਬਾਰ ਹੈਗੇ ਨੇ, ਉਹਨਾਂ 'ਚ ਆਪਣੇ ਇਸ਼ਤਿਹਾਰ ਦਿਓ, ਆਪਣੀ ਪਾਲਿਸੀਆਂ ਦੱਸੋ, ਜੋ ਤੁਸੀਂ ਕਰਨਾ ਉਹ ਦੱਸੋ। ਇਹ ਥੋੜ੍ਹੀਆਂ ਲੋਕਾਂ ਨੂੰ ਸਾਹਮਣੇ ਜਾ ਕੇ ਵੀ ਕਹੋ ਉੱਥੇ ਤਾਂ ਕੀ ਹੋਣਾ ਹੁੰਦਾ, ਉੱਥੇ ਇਹੀ ਕਹਿਣਾ ਹੁੰਦਾ ਵੀ ਤੁਸੀਂ ਵੋਟ ਪਾਓ, ਤੁਹਾਨੂੰ ਇਹ ਦੇਵਾਂਗੇ, ਇਹ ਦੇਵਾਂਗੇ। ਤੇ ਤੁਸੀਂ ਇਹ ਗੱਲ ਤਾਂ ਤੁਸੀਂ TV ਤੇ ਵੀ ਕਹਿ ਸਕਦੇ ਹੋ, ਪਰ ਜੇ TV ਤੇ ਕਹਿਣਗੇ ਸਭ ਲੋਕ ਕਹਿਣਗੇ ਵੀ ਲਾਲਚ ਦੇ ਰਹੇ ਨੇ। ਇਸ ਲਈ ਫੇਸ ਟੂ ਫੇਸ ਮਿਲ ਕੇ ਕਈ ਤਰ੍ਹਾਂ ਦੇ ਇਸ਼ਾਰੇ ਹੁੰਦੇ ਨੇ, ਉਹ ਕਰਕੇ ਲੋਕਾਂ ਨੂੰ ਆਪਣਾ ਜਿਹੜਾ ਉੱਲੂ ਸਿੱਧਾ ਕਰਨਾ ਚਾਹੁੰਦੇ ਨੇ। ਮੈਂ ਚੋਣ ਕਮਿਸ਼ਨ ਦੇ ਫੈਸਲੇ ਨਾਲ 100% ਸਹਿਮਤ ਹਾਂ। ਚੋਣ ਕਮਿਸ਼ਨ ਨੂੰ ਸਮਝਾ ਇਸ ਤੋਂ ਵੀ ਵੱਧ ਲੋਕਾਂ ਦੀਆਂ ਜਾਨਾਂ ਦੀ ਹਿਫਾਜ਼ਤ ਕਰਦੇ ਹੋਏ, ਲੋਕਾਂ ਦੀ ਜਾਨਾਂ ਨੂੰ ਬਚਾਉਂਦੇ ਹੋਏ, ਲੋਕਾਂ ਦੇ ਪਰਿਵਾਰਾਂ ਨੂੰ ਉਜੜਦਿਆਂ ਨੂੰ, ਆਪਣੇ ਜੀਆਂ ਤੋਂ ਵਿਛੜਦੇ ਹੋਏ ਨੂੰ ਬਚਾਉਣ ਦੇ ਲਈ ਇਹ ਸਖਤ ਤੋਂ ਸਖਤ ਚੋਣ ਕਮਿਸ਼ਨ ਨੂੰ ਫੈਸਲਾ ਲਾਗੂ ਕਰਨਾ ਚਾਹੀਦਾ ਹੈ, ਤਾਂ ਕਿ ਚੋਣ ਹਿੰਦੁਸਤਾਨ ਦੇ ਵਿੱਚ ਸ਼ਾਂਤੀਪੂਰਵਕ ਤੇ ਕੋਈ ਕੀਮਤੀ ਜਾਨਾਂ ਇੱਥੋਂ ਨਾ ਜਾਣ। ਬਿਲਕੁਲ ਖਾਨਪੁਰ ਸਾਹਿਬ, ਤੇ ਜਿੱਦਣ ਇਹ ਐਲਾਨ ਕੀਤਾ ਗਿਆ ਸੀ ਚੋਣਾਂ ਦਾ, ਤਾਂ ਉਸੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸਭ ਤੋਂ ਪਹਿਲਾਂ ਅਪੀਲ ਕੀਤੀ ਗਈ ਸੀ, ਮੰਗ ਕੀਤੀ ਗਈ ਸੀ ਕਿ ਜਿਹੜੀਆਂ ਰੈਲੀਆਂ ਨੇ ਉਹਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ, ਚੋਣ ਕਮਿਸ਼ਨ ਨੂੰ ਇਸ ਦੇ ਉੱਤੇ ਥੋੜ੍ਹਾ ਧਿਆਨ ਦੇਣਾ ਚਾਹੀਦਾ ਹੈ। ਤਾਂ ਕੀ ਲੱਗਦਾ ਹੈ ਕਿ ਰਾਜਨੀਤੀ ਜ਼ਰੂਰੀ ਹੈ ਜਾਂ ਲੋਕਾਂ ਦੀ ਸਿਹਤ? ਦੇਖੋ, ਸਿਆਸੀ ਪਾਰਟੀਆਂ, ਚਾਹੇ ਅਕਾਲੀ ਦਲ ਹੋਵੇ, ਚਾਹੇ ਕਾਂਗਰਸ ਹੋਵੇ, ਚਾਹੇ BJP ਹੋਵੇ, ਚਾਹੇ ਆਪ ਹੋਵੇ, ਸਾਰੀਆਂ ਦਾ ਰਸਤਾ ਤਾਂ ਇੱਕ ਹੀ ਹੈ। ਠੀਕ ਹੈ ਨਹੀਂ? ਇਹ ਸਾਰੀਆਂ ਲੋਕ ਕਹਿੰਦੇ ਵੀ ਹੁਣ ਸਾਡੇ ਕੋਲ ਜਿਹੜੇ ਦਿਨ ਸਾਰੇ, ਅੱਜ ਤਰੀਕ ਹੋ ਗਈ ਹੈ 15 ਤੇ 14 ਨੂੰ 29 ਦਿਨ ਰਹਿ ਗਏ। 29 ਦਿਨ ਦੇ ਵਿੱਚ 2 ਦਿਨ 48 ਘੰਟੇ ਪਹਿਲਾਂ ਕਰਫਿਊ ਉਹ ਲੱਗ ਜਾਣਾ ਹੈ, ਮਤਲਬ ਪ੍ਰਚਾਰ ਬੰਦ ਹੋ ਜਾਣਾ ਹੈ, ਦਿਨ ਥੋੜੇ ਰਹਿ ਗਏ ਨੇ। ਅਸਲੀ ਤਾਂ ਜਿਹੜੀ ਇਲੈਕਸ਼ਨ ਹੁੰਦੀ ਹੈ, ਜੇ ਮੈਂ ਸਹੀ ਕਿਉਂ ਦੇਖਿਆ ਕਿ ਅਸਲੀ ਪਿਛਲੇ 4-5 ਦਿਨਾਂ ਦੀ ਹੁੰਦੀ ਹੈ। ਇਹ ਜਿਹੜੇ ਲੀਡਰ ਨੇ 4-5 ਦਿਨ ਪਹਿਲਾਂ ਦਾਰੂ ਵੀ ਬਣਦੇ ਨੇ, ਪੈਸੇ ਵੀ ਬਣਦੇ ਨੇ, ਤੇ ਸਾਧਨ ਮੈਂ ਕਹਿੰਦਾ ਚੋਣ ਕਮਿਸ਼ਨ ਨੂੰ ਉਹਨਾਂ 4 ਦਿਨਾਂ ਦੇ ਵਿੱਚ, ਜਿਹੜੇ 4 ਦਿਨ ਇਲੈਕਸ਼ਨ ਤੋਂ ਪਹਿਲਾਂ ਆਉਂਦੇ ਨੇ, ਉਸ ਦਿਨਾਂ ਦੇ ਵਿੱਚ ਸਪੈਸ਼ਲ ਪਿੰਡਾਂ ਦੇ ਵਿੱਚ ਪੁਲਿਸ ਭੇਜ ਕੇ ਹਰ ਪਿੰਡ ਦੇ ਰਸਤੇ ਦੇ ਉੱਤੇ, ਚਾਹੇ ਪਿੰਡ ਦਾ ਸਰਪੰਚ ਹੈ, ਉਹਨੂੰ ਨਾਲ ਲੈ ਕੇ ਆਪਣੇ ਰਸਤੇ ਬੰਦ ਕਰ ਵੀ ਕੋਈ ਬਾਹਰਲਾ ਬੰਦਾ ਪਿੰਡ ਦੇ ਵਿੱਚ ਨਾ ਵੜੇ, ਤੇ ਨਾ ਹੀ ਪਿੰਡ ਦਾ ਬੰਦਾ ਬਾਹਰੋਂ ਜਾ ਕੇ ਕੋਈ ਚੀਜ਼, ਜੇ ਕੋਈ ਬਾਹਰੋਂ ਵੀ ਲੈ ਕੇ ਉਹਨੂੰ ਵੀ ਸਪੈਸ਼ਲ ਚੈੱਕ ਕਰਿਆ ਜਾਵੇ ਕਿ ਉਹ ਕੀ ਲੈ ਕੇ ਆ ਰਿਹਾ। ਕਿਉਂਕਿ 2 ਨੰਬਰ ਦਾ ਪੈਸਾ ਇਹਨਾਂ ਪਾਰਟੀਆਂ ਕੋਲ ਇਕੱਠਾ ਹੋਇਆ ਹੁੰਦਾ ਹੈ, ਉਹ ਇਹਨਾਂ ਦਿਨਾਂ ਵਿੱਚ ਆ ਕੇ ਲੋਕਾਂ ਨੂੰ ਪੈਸਾ ਬਣ ਕੇ ਗੁੰਮਰਾਹ ਕਰਕੇ ਫਿਰ 5 ਸਾਲ ਆਪਣੀ ਐਸ਼ ਦੀਆਂ ਧੱਜੀਆਂ ਉਡਾਉਂਦੇ ਨੇ, ਆਪਣੀ ਐਸ਼ ਕਰਦੇ ਨੇ, ਆਪਣੀ ਮਨਮਰਜ਼ੀ ਕਰਦੇ ਨੇ। ਆਹੀ ਦਿਨਾਂ ਕੋਲ ਜਿਹੜੇ 27-28 ਦਿਨ ਨੇ, ਚੋਣ ਕਮਿਸ਼ਨ ਨੂੰ, ਸਰਕਾਰਾਂ ਨੂੰ ਸਖਤ ਹੋ ਕੇ ਇਹ ਤੇ ਕਾਰਵਾਈ ਕਰਨੀ। ਬਿਲਕੁਲ ਲੱਗਦਾ ਵੀ ਪਿਆ ਕਿ ਜਿਸ ਤਰ੍ਹਾਂ ਕੋਵਿਡ ਰਿਵਿਊ ਮੀਟਿੰਗ ਕੀਤੀ ਜਾਣੀ ਹੈ ਚੋਣ ਕਮਿਸ਼ਨ ਦੇ ਵੱਲੋਂ, ਤਾਂ ਕੋਈ ਅਹਿਮ ਫੈਸਲਾ ਲਿਆ ਜਾ ਸਕਦਾ ਹੈ, ਕਿਉਂਕਿ ਕਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਨੇ ਤੇ ਡਿਜੀਟਲ ਜਿਹੜਾ ਚੋਣ ਪ੍ਰਚਾਰ ਹੈ ਉਸੇ ਉੱਤੇ ਹੀ ਮੋਹਰ ਬਰਕਰਾਰ ਰਹਿ ਸਕਦੀ ਹੈ। ਤੇ ਇਹ ਦੇਖਣ ਵਾਲਾ ਇੱਕ ਗੱਲ ਹੋਵੇਗੀ ਕਿ ਕੀ ਫੈਸਲਾ ਜਿਹੜਾ ਚੋਣ ਕਮਿਸ਼ਨ ਲੈਂਦਾ ਹੈ। ਤੇ ਪ੍ਰੀਤਮ ਸਿੰਘ ਖਾਨਪੁਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ। ਬਹੁਤ ਬਹੁਤ ਧੰਨਵਾਦ ਜੀ। ਮੈਂ ਰੋਜ਼ਾਨਾ ਲੋਕ ਨਾਥ ਦੇ ਮਿੰਨੀ ਪ੍ਰੋਗਰਾਮ ਦੇ ਸਮੁੱਚੇ ਦਰਸ਼ਕਾਂ ਦਾ ਬਹੁਤ ਬਹੁਤ ऋणी ਹਾਂ, ਤੇ ਬੇਨਤੀ ਹੈ ਕਿ ਜੋ ਮੈਂ ਬੇਨਤੀਆਂ ਕੀਤੀਆਂ ਨੇ ਇਹਨਾਂ ਦੇ ਉੱਤੇ ਜ਼ਰੂਰ ਆਪ ਜੀ ਅਸਰ ਕਰੋਗੇ, ਤੇ ਆਪਾਂ ਆਪਣੀ ਜਾਨ ਕੀਮਤੀ ਬਚਾ ਕੇ, ਵੋਟਾਂ ਤਾਂ ਹੁੰਦੀਆਂ ਨੇ ਲੇਕਿਨ ਇੱਕ ਵਾਰ ਇਨਸਾਨ ਚਲੇ ਗਿਆ ਉਹਨੇ ਵਾਪਸ ਨਹੀਂ ਆਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਤਾਂ ਇਹ ਸਨ ਸਾਡੇ ਨਾਲ ਸਰਦਾਰ ਪ੍ਰੀਤਮ ਸਿੰਘ ਖਾਨਪੁਰ ਜੀ, ਜਿਨ੍ਹਾਂ ਨੇ ਹੁਣ ਤੱਕ ਦੀਆਂ तमाम ਖਬਰਾਂ, ਵੱਡੇ ਮੁੱਦੇ, ਰਾਜਨੀਤੀ ਨਾਲ ਜੁੜੀਆਂ ਹੋਈਆਂ ਖਬਰਾਂ ਦੇ ਉੱਤੇ ਆਪਣੇ ਵਿਚਾਰ ਰੱਖੇ, ਵਿਚਾਰ ਚਰਚਾ ਕੀਤੀ। ਤਾਂ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਫਿਰ ਤੁਹਾਡੇ ਰੂਬਰੂ ਹੋਵਾਂਗੇ। ਹੁਣ ਦਿਓ ਇਜਾਜ਼ਤ, ਧੰਨਵਾਦ।